सतनाम श्री वाहेगुरु। मन चाओ पिया प्रभ आगम सुनिया, हर मंगल गाओ सखी गृह मंदिर बनिया। हर मंगल गाओ नित सखी, सोग दुख ना व्यापे। गुर चरण लागे दिन सुभागे, गुर चरण लागे दिन सुभागे। अपना फिर जापे, अनहत बाणी गुर शब्द जानी। हर नाम हर रस भोगो, कह नानक प्रभ आप मिलिया। कह नानक प्रभ आप मिलिया। करन कारण जोगो, करन कारण जोगो। तन तन पिता तन तन कुल, तन तन सो जननी। जिन गुरु जन आमाए, तन तन गुरु जिन नाम आराध्या। आप तरिया जिन्नी डिठा, तिन्ना लय छुड़ाए। पंज प्याले पंज पीर, छठम पीर बैठा गुर पारी। अर्जन काया पलट के, मूरत हर गोबिंद सवारी। चली पीड़ी सोडियां, रूप दिखावन वारो वारी। दल पंजन गुर सूरमा, वड जोदा बहु पारे उपकारी। वड जोदा बहु पारे उपकारी। पुछन सिख अरदास कर, छे महला तक दर्श निहारे। अगम अगोचर सतगुरु, बोले मुख ते सुनो संसारे। कल जुग पीड़ी सोडिया, निचल नीवे उसार खिलारी। जुग जुग सतगुर तरे अवतारे। जुग जुग सतगुर तरे अवतारे। दीन दुनिया दे मालक, सर्व प्रतिपालक, गुरगद्दी ते सुभाए महान, प्रकाशमान
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਗੁਰੂ ਪਿਆਰੇ ਸਾਧ ਸੰਗਤ ਜੀਓ, ਅਤਿਅੰਤ ਵੱਡੇ ਭਾਗ ਅਸਾਂ ਜੀਵਾਂ ਦੇ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਸਾਡੇ ਤੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੀਆਂ ਇਹ ਘੜੀਆਂ, ਇਹ ਪਲ, ਜਿਨ੍ਹਾਂ ਪਲਾਂ ਦੇ ਅੰਦਰ ਸਤਿਗੁਰੂ ਜੀ ਉਸ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਨਿਰੰਕਾਰ ਨੂੰ ਧਿਆਉਣ ਵਾਸਤੇ, ਉਸ ਦੀ ਅਰਾਧਨਾ, ਉਸ ਦਾ ਸਿਮਰਨ ਕਰਨ ਵਾਸਤੇ ਤੇ ਉਸ ਦੀ ਅੰਮ੍ਰਿਤ ਬਾਣੀ ਨਿਰੰਕਾਰੀ ਬਾਣੀ ਦਾ ਅਧਿਐਨ ਕਰਨ ਵਾਸਤੇ ਕਹਿੰਦੇ ਨੇ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਉੱਠਦਿਆਂ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਪਰਮਾਤਮਾ ਦਾ ਚੇਤਨ ਕਰਨਾ, ਉਸ ਨੂੰ ਯਾਦ ਕਰਨਾ, ਭਾਵ ਉਸ ਦੇ ਹੋਂਦ ਨੂੰ, ਉਸ ਦੀ ਸੱਤਿਆ ਨੂੰ, ਉਸ ਦੀ ਤਾਕਤ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਕੇ ਰੱਖਣਾ, ਟਿਕਾ ਕੇ ਰੱਖਣਾ। ਐ ਸਿੱਖ, ਐ ਗੁਰੂ ਨਾਨਕ ਨਾਮ ਲੇਵਾ ਸਿੱਖ, ਇਹ ਤੇਰਾ ਮੁੱਢਲਾ ਫਰਜ਼ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਿੱਖ ਨੂੰ ਇਹ ਹਦਾਇਤ ਕੀਤੀ। ਤੇ ਵੱਡੇ ਭਾਗ ਅਸਾਂ ਜੀਵਾਂ ਦੇ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਕਿ ਨਿਮਾਣਾ ਜਿਹਾ ਯਤਨ, ਨਿਮਾਣਾ ਜਿਹਾ ਤੁਛ ਜਿਹਾ ਯਤਨ ਸਤਿਗੁਰ ਦੀ ਬਖਸ਼ੀ ਹੋਈ ਬੁੱਧ ਅਨੁਸਾਰ ਅਸਾਂ ਜੀਵਨ ਨੇ ਕਰਨ ਦਾ ਯਤਨ ਕੀਤਾ ਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਅੰਦਰ, ਘਰ ਅੰਦਰ ਸੋਝੀ ਸਮਝ ਗਿਆਨ ਪ੍ਰਾਪਤ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਤੇ ਸਤ ਸੰਗੀ ਜਨੋ, ਅੱਜ ਦਾ ਦਿਨ ਸਮੁੱਚੇ ਸੰਸਾਰ ਵਾਸਤੇ, ਜਿਸ ਸੰਸਾਰ ਅੰਦਰ ਉਹ ਨਿਰੰਕਾਰ ਅਕਾਲ ਪੁਰਖ ਆਪ ਪ੍ਰਗਟ ਹੋਇਆ ਹੈ, ਤੇ ਆਪਣੇ ਜਾਮਿਆਂ ਦੇ ਵਿੱਚ, ਕਾਇਆ ਰੂਪੀ ਸਰੀਰ ਦੇ ਵਿੱਚ 1 ਤੋਂ 2, 2 ਤੋਂ 3, 3 ਤੋਂ 4, 4 ਤੋਂ 5, 5 ਪਿਆਲੇ 5 ਪੀਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਤੱਕ ਇਸ ਸੰਸਾਰ ਨੂੰ ਸੀਤਲਤਾ, ਸਹਿਜਤਾ, ਨਿਮਰਤਾ, ਪ੍ਰੇਮ, ਪਿਆਰ, ਭਾਵਨਾ, ਉਸ ਇੱਕ ਪਰਮੇਸ਼ਰ ਪਰਮਾਤਮਾ ਦੀ ਹੋਂਦ ਦਾ ਪ੍ਰਗਟਾਵਾ ਸਤਿਗੁਰੂ ਜੀਆਂ ਨੇ ਕਰਨਾ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਐਸੀ ਸੀਤਲਤਾ, ਐਸੀ ਠੰਡ ਵਰਤਾਈ। ਸਤ ਸੰਗੀ ਜਨੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਿਤਾ ਸਤਿਗੁਰੂ ਜੀਆਂ ਪਾਸੋਂ ਗੁਰਿਆਈ ਜਦੋਂ ਪ੍ਰਾਪਤ ਹੋਈ 1581 ਦੇ ਵਿੱਚ, ਤੇ ਸਤ ਸੰਗੀ ਜਨੋ, ਸਤਿਗੁਰੂ ਜੀ ਉਸ ਵੇਲੇ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜੋ ਕਾਰਜ ਆਰੰਭ ਕੀਤੇ ਨੇ, ਉਹਨਾਂ ਕਾਰਜਾਂ ਨੂੰ ਸੰਪੂਰਨ ਕਰਨ ਦਾ ਯਤਨ ਕਰ ਰਹੇ ਨੇ ਮੇਰੇ ਸਤਿਗੁਰੂ ਜੀ। ਉਹਨਾਂ ਕਾਰਜਾਂ ਦੇ ਵਿੱਚ ਸੰਤੋਖ ਸਰ ਸਾਹਿਬ ਜੀ ਦਾ ਸਰੋਵਰ, ਗੁਰੂ ਰਾਮਦਾਸ ਜੀ ਘਰ ਦਾ ਸਰੋਵਰ ਜਿਹੜਾ ਪੱਕਾ ਕਰਵਾਇਆ ਜਾ ਰਿਹਾ ਹੈ, ਤੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸਤ ਸੰਗੀ ਜਨੋ
ऐसा वो केंद्री स्थान स्थापित करना कीता है। साईं मियाँ मीर दे कोलों श्री हरमंदर साहिब की नींह रखवा के ऐसा हरि दा मंदिर, ऐसा परमेश्वर परमात्मा का घर स्थापित कर दिता, जिस घर के अंदर कोई वर्ण नहीं, कोई वंड नहीं, कोई ऊंच नहीं, कोई नीच नहीं, कोई जात नहीं, कोई पात नहीं, कोई वखरेवा नहीं। उपदेश चहों वरना को संग, जिस घर तो सारियां नूं सांझा उपदेश, सर्व सांझी वालता है, ऐसे केंद्री स्थान की उसारी होने लग पई। ते नाल ही मेरे सतगुरु जी अपने मुखार बिंद तो, अपनी मुखार बिंद तो निरंकारी बाणी, अलाही बाणी, शीतल बाणी उच्चारण कर रहे हैं। हुण संभाल दे कारज भी, गुरबाणी की संभाल दे कारज भी आरंभ हो गए ने। यही वो समा सी जो 1594 का समा आया ते सतसंगी जनों माझे दे इलाके दे विच बड़ा भारी काल पै गया, बहुत भारी काल। ऐसा काल पिया, ऐसा सोका पिया कि जीव जंतु भुखे प्यासे मरन लगे। सतगुरु जी ने केंद्री स्थान की उसारी चल रही है, सेवा चल रही है श्री हरमंदर साहिब जी की। सारी सेवा नूं रोक के संगतां तक सुनेहे पहुँचाए। अज गुरु के प्यार वाले गुरु नानक नाम लेवा सिख सेवा करता है ना, हर भीड़ समय, हर मुसीबत समय, हर जगह ते गुरु नानक दा सिख पहुँच जाता है। उसका कारण है क्योंकि इस सिख नूं गुरु दी दित्ती हुई सिक्ख्या है, गुरु दी दित्ती हुई सिक्ख्या है। अपने कारजां नूं समेट के, अपने सुखां नूं त्याग के दूसरियां दा भला करना, लुकाई दी सेवा करनी, ये गुरु नानक दे घर दा सिद्धांत है। ये केवल कोई प्रचार है या प्रैक्टिकल या थ्योरी के रूप च नहीं, प्रैक्टिकल रूप च है, प्रैक्टिकल रूप च। केवल ये कहा नहीं गया कि सतगुरु की सेवा सफल है, जे को करे चित लाए, चित ला के सेवा की भी है, सेवा की भी है। आप सतगुरु धन गुरु अर्जन देव जी महाराज अपने निकटवर्ती सिखां नूं नाल लैंदे ने ते सत संगी जिन्हों माझे दे इलाके दे विच सेवा कारजां दे विच जुट जांदे ने। थां थां ते मेरे सतगुरु जी खूह लगवाउणा करदे ने कि पानी की किल्लत जिहड़ी है, थोड़ी जिहड़ी है वो पूरी हो सके। लंगर के प्रवाह चल रहे ने, हथी सेवा की जा रही है। सत संगी जन ध्यान रखियो, बड़ी कीमती गल जे। ओ शहर जिस शहर दे विच कहर वरतिया होवे, जिन्हों लाहौर कहा जाता है, उस शहर तक एक काल, एक सोका पहुँच गया है। ते इन्ना भयानक रूप दे विच पहुँचिया कि लाहौर शहर दीयां गलियां दे विच शरीर मोए पए ने, जीव जंतु पशु पंछी मोए पे ने। ना कोई मनुखी शरीर की संभाल कर रहा है, ना कोई जीव जंतुओं की संभाल कर रहा है। हुण की होया, सत संगी जनों उथों बीमारी, उथों रोग व्यापन लगे। ते रोग भी ऐसे व्यापन लगे कि जिन्होंने आप छूत दे रोग कह देने। अज के समय भी आप देखना किया है, क्या करोना महामारी आई, पिता पुत्र तो दूर हो गया, पुत्र पिता तो दूर हो गया, भरा भरा तो दूर हो गया। सत संगी जन इथों तक कि भैणा भरावां तो दूर हो गई, पति पत्नी तो दूर है, पत्नी पति तो दूर, सामने शरीर पे आए पर नेड़े जाने को तैयार नहीं।
ਤੇ ਜੇ ਕੋਈ ਭਾਵਨਾ ਦਾ ਬੱਚਾ ਜਾਂਦਾ ਵੀ ਹੈ ਤੇ ਉਹਨੂੰ ਜਾਣ ਨਹੀਂ ਦਿੱਤਾ ਜਾਂਦਾ। ਕਿਉਂ? ਕਿਉਂਕਿ ਮਹਾਮਾਰੀ ਹੈ, ਛੂਤ ਦੀ ਬਿਮਾਰੀ ਹੈ ਕਿ ਕਿਤੇ ਇਹ ਲੱਗ ਨਾ ਜਾਵੇ। ਉਹ ਵੀ ਸਮਾਂ ਐਸਾ ਸੀ, ਕਾਲ ਪਿਆ ਹੋਇਆ ਲਾਹੌਰ ਦੇ ਵਿੱਚ, ਮਹਾਮਾਰੀ ਫੈਲ ਚੁੱਕੀ ਹੈ, ਕੋਈ ਹੱਥ ਨਹੀਂ ਸੀ ਲਾ ਰਿਹਾ। ਜੇ ਹੱਥ ਕਿਸੇ ਨੇ ਲਾਇਆ ਨਾ, ਜੇ ਕਿਸੇ ਨੇ ਸਰੀਰਾਂ ਦੀ ਸੰਭਾਲ ਕੀਤੀ ਤੇ ਉਹ ਸਨ ਮੇਰੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਪਹੁੰਚੇ, ਆਪਣੇ ਹੱਥੀਂ ਰੋਗੀਆਂ ਦੀ ਸੇਵਾ ਕਰਦੇ ਨੇ, ਆਪਣੇ ਹੱਥੀਂ ਸਰੀਰਾਂ ਦੀ ਸੰਭਾਲ ਕਰਦੇ ਨੇ। ਉਸ ਸਮੇਂ ਵੀ ਸਤ ਸੰਗੀ ਜਣੋ ਕੋਈ ਅਗਨ ਦੇਣ ਵਾਲਾ ਨਹੀਂ ਸੀ, ਕੋਈ ਦਫਨਾਉਣ ਵਾਲਾ ਨਹੀਂ ਸੀ, ਕੋਈ ਜਲ ਚ ਵਹਾਉਣ ਵਾਲਾ ਨਹੀਂ ਸੀ। ਗੁਰੂ ਨਾਨਕ ਦਾ ਘਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਸਿੱਖ ਹੀ ਸਨ ਜਿਨ੍ਹਾਂ ਨੇ ਇਹ ਸਾਰੇ ਸੇਵਾ ਕਾਰਜ ਕੀਤੇ। ਅੱਜ ਦੇ ਸਮੇਂ ਅੰਦਰ ਵੀ ਜੇ ਇਹ ਸਮਾਂ ਆਇਆ ਤੇ ਸਤ ਸੰਗੀ ਜਨੋ ਸਰੀਰਾਂ ਦੀ ਸੰਭਾਲ, ਸਰੀਰਾਂ ਨੂੰ ਅਗਨ ਭੇਟ ਕਰਨਾ, ਰੋਗੀਆਂ ਦੇ ਰੋਗ ਦੂਰ ਕਰਨੇ, ਭੁੱਖਿਆਂ ਨੂੰ ਭੋਜਨ ਦੇਣਾ, ਜੇ ਕਿਸੇ ਨੇ ਕੀਤਾ ਤੇ ਉਹ ਕੀਤਾ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਨੇ। ਅੱਜ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਦੇ ਗੁਣ ਕਿਉਂ ਗਾਏ ਜਾਂਦੇ ਨੇ? ਅੱਜ ਕਿਉਂ ਸਿਫਤ ਸਲਾਹ ਹੁੰਦੀ ਏ? ਅੱਜ ਕੋਈ ਹਰਿਆਣੇ ਤੋਂ ਉੱਠਦਾ, ਕੋਈ ਹਿਮਾਚਲ ਤੋਂ ਉੱਠਦਾ ਏ, ਉਹ ਐਲਾਨ ਕਰਦਾ ਏ, ਕਹਿੰਦਾ ਏ ਕਿ ਮੈਂ ਅੱਜ ਤੱਕ ਗੁਰਦੁਆਰੇ ਨਹੀਂ ਗਿਆ, ਮੈਂ ਅੱਜ ਤੱਕ ਗੁਰਦੁਆਰੇ ਜਾ ਕੇ ਦੇਖਿਆ ਨਹੀਂ, ਪਰ ਆ ਗੁਰੂ ਨਾਨਕ ਦੇ ਸਿੱਖਾਂ ਦੀ ਮੈਂ ਸੇਵਾ ਦੇਖ ਕਰਕੇ ਅੱਜ ਗੁਰੂ ਦੇ ਘਰ, ਗੁਰੂ ਦੇ ਦਰ ਨਾਲ ਜੁੜਿਆ। ਇੱਥੇ ਹੀ ਬਸ ਨਹੀਂ ਸਤ ਸੰਗੀ ਜਨੋ, ਉਹ ਗੁਰੂ ਨਾਨਕ ਦਾ ਸਿੱਖ ਵੀ ਬਣ ਗਿਆ, ਗੁਰੂ ਨਾਨਕ ਦਾ ਸਿੱਖ ਵੀ ਬਣ ਗਿਆ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹੇ ਹੋਣਗੇ ਲਾਹੌਰ ਦੇ ਵਿੱਚ ਹੱਥੀਂ ਸੇਵਾ ਕੀਤੀ ਹੋਵੇਗੀ ਕਿ ਗੁਰੂ ਨਾਨਕ ਦੇ ਘਰ ਦੀ ਪੰਜਵੀਂ ਜੋਤ, ਤਖਤਾਂ ਦੇ ਮਾਲਕ ਮੇਰੇ ਸਤਿਗੁਰੂ, ਜਿਨ੍ਹਾਂ ਦੇ ਚਰਨਾਂ ਦੇ ਵਿੱਚ ਸਮੁੱਚੀ ਲੋਕਾਈ ਆ ਕੇ ਨਮਸਕਾਰ ਕਰਦੀ ਏ, ਕੀਮਤੀ ਭੇਟਾਵਾਂ ਦਿੰਦੀ ਏ, ਜੋ ਬਾਦਸ਼ਾਹਾਂ ਦੀ ਤਰ੍ਹਾਂ ਰਹਿੰਦੇ ਨੇ, ਜਿਨ੍ਹਾਂ ਦਾ ਸਤਿਕਾਰ ਹੈ, ਜਿਨ੍ਹਾਂ ਦਾ ਪਿਆਰ ਹੈ, ਉਹ ਆਪਣੇ ਹੱਥੀਂ ਸੇਵਾ ਕਰ ਰਿਹਾ ਹੈ। ਕਿੰਨਾ ਪ੍ਰਭਾਵ ਪਿਆ ਹੋਵੇਗਾ? ਉਸ ਸਮੇਂ ਦਾ ਪ੍ਰਭਾਵ ਹੀ ਸਤ ਸੰਗੀ ਜਿਹਨੂੰ ਅੱਗੇ ਆ ਕੇ ਉਹਨਾਂ ਮੁਲਾਣਿਆਂ, ਉਹਨਾਂ ਮੁਸਲਮਾਨ ਵੀਰਾਂ ਨੂੰ ਪ੍ਰਭਾਵਿਤ ਕਰ ਗਿਆ ਜਿਹੜੇ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਣ ਗਏ, ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਬਣ ਗਏ। ਸਤਿਗੁਰੂ ਜੀ ਉੱਥੇ ਲਾਹੌਰ ਦੇ ਵਿੱਚ ਸੇਵਾ ਕਰ ਰਹੇ ਨੇ, ਸੇਵਾ ਕਾਰਜ ਚੱਲ ਰਹੇ ਨੇ। ਇੱਧਰ ਮਾਝੇ ਦੇ ਇਲਾਕੇ ਦੇ ਵਿੱਚ ਸੇਵਾ ਕਾਰਜ ਚੱਲ ਰਹੇ ਨੇ। ਕਾਲ ਪਿਆ ਹੋਇਆ ਏ ਤੇ ਸਮਾਂ ਆਇਆ 14/6/1595 ਦਾ, ਜਦੋਂ ਗੁਰੂ ਸਾਹਿਬ ਲਾਹੌਰ ਗਏ ਸਨ। ਲਾਹੌਰ ਜਾਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਉਂਕਿ ਸਤਿਗੁਰੂ ਜਾਣਦੇ ਸਨ ਕਿ ਜਦੋਂ ਗੁਰਿਆਈ ਦਿੱਤੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵੱਡੇ ਭਰਾ ਦਾ ਪ੍ਰਿਥੀ ਚੰਦ ਨੇ ਬੜਾ ਵਿਰੋਧ ਕੀਤਾ, ਬੜਾ ਪ੍ਰਿਥੀ ਚੰਦ ਨੇ ਬੜਾ ਵਿਰੋਧ ਕੀਤਾ ਹੈ। ਉਹ ਨਹੀਂ ਚਾਹੁੰਦਾ ਸੀ ਵੀ ਇਹਨਾਂ ਦੇ ਘਰ ਕੋਈ ਔਲਾਦ ਹੋਵੇ, ਉਹ ਨਹੀਂ ਚਾਹੁੰਦਾ ਸੀ। ਤੇ ਸਤ ਸੰਗੀ ਜੀ ਨੂੰ ਇਸ ਗੱਲ ਤੋਂ ਬੜਾ ਖੁਸ਼ ਵੀ ਸੀ ਕਿ ਜਿਤਨਾ ਲੰਬਾ ਸਮਾਂ ਪਈ ਜਾ ਰਿਹਾ ਹੈ, ਜਿਤਨਾ ਲੰਬਾ ਸਮਾਂ ਹੋਈ ਜਾ ਰਿਹਾ ਹੈ, ਘਰ ਵਿੱਚ ਔਲਾਦ ਕੋਈ ਨਹੀਂ ਹੈ, ਕੋਈ ਹੋਣੀ ਨਹੀਂ ਹੈ। ਮੈਨੂੰ ਗੁਰਿਆਈ ਤਾਂ ਨਹੀਂ ਮਿਲੀ, ਹੁਣ ਅਗਲਾ ਆਉਣ ਵਾਲਾ ਸਮਾਂ ਜਿਹੜਾ ਮੇਰਾ ਪੁੱਤਰ ਮਿਹਰਬਾਨ ਇਹਨੂੰ ਮਿਲੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗੱਲ ਤੋਂ ਜਾਣੂ ਸਨ। ਸਤ ਸੰਗੀ ਜਨੋਂ ਜਾਣੂ ਹੁੰਦਿਆਂ ਵੀ, ਵਿਰੋਧਤਾ ਹੁੰਦਿਆਂ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਦੀ ਰੋਸ ਨਹੀਂ ਕੀਤਾ। ਮੇਰੇ ਸਤਿਗੁਰੂ ਨੇ ਤੇ ਰੋਸ ਉਸ ਵੇਲੇ ਵੀ ਨਹੀਂ ਕੀਤਾ ਸੀ ਜਦੋਂ ਪ੍ਰਿਥੀ ਚੰਦ ਨੇ ਬਾਬਾ ਬੁੱਢਾ ਜੀ ਦੇ ਹੱਥ ਤੋਂ ਪੱਗ ਖੋਹ ਲਈ ਸੀ। ਸਤਿਗੁਰੂ ਜੀ ਸ਼ਾਂਤ ਬੈਠੇ ਰਹੇ, ਸਤਿਗੁਰੂ ਨੇ ਹੱਕ ਨਹੀਂ ਜਿਤਾਇਆ, ਪਰ ਸੰਗਤਾਂ ਤੇ ਪ੍ਰਭਾਵ ਇੰਨਾ ਗਿਆ ਕਿ ਗੁਰੂ ਦਾ ਹੁਕਮ ਮੰਨਿਆ। ਗੁਰੂ ਨੇ ਹੁਕਮ ਕੀਤਾ ਸੀ ਕਿ ਗੁਰੂ ਅਰਜਨ ਨੂੰ, ਭਾਵ ਗੁਰੂ ਅਰਜਨ ਦੇਵ ਜੀ ਛੋਟੇ ਪੁੱਤਰ ਗੁਰੂ ਰਾਮਦਾਸ ਜੀ ਦੇ
सतगुरु जी ने हुक्म किया कि गुरियाई इन्हां नूं दित्ती जानी है। क्यों? क्योंकि यही हन पुत्र अधिकारी। इत्थे पुत्र का सवाल नहीं, इत्थे तां सवाल है समझ दा। ते समझ दे विच जे कोई है तो वह अर्जन है। महादेव ने संसार नाल नाते तोड़ ले, पृथ्वी चंद ने माया नाल नाते जोड़ ले, पर इत्थे ना माया नाल जोड़न वाला प्रमाण है, ना संसार नाल तोड़न वाला प्रमाण है। इत्थे तां वो प्रमाण है जो माया विच रह के निर्लेप रहे, संसार विच रह के संसार दे मोह माया तो निर्लेप रहे। इत्थे वो प्रमाण है। सतगुरु ने कहा सी, भलिया पृथ्वी चंद पुत्रा क्यों लड़दा है? ये मैं नहीं, इनू तो थापी ये नाना जी दे के चले गए ने, ਉਹ ਹੀ ਇਹਨਾਂ ਨੂੰ ਗੁਰਿਆਈ ਦੀ ਥਾਪੀ ਦੇ ਗਏ ਨੇ। मैं तो एक केवल फर्ज निभा रहे हैं। सतसंगी जनों, सतगुरु जी ने माता गंगा जी को तरवास देना, हर वेले कहना कि उस निरंकार के चरणों च अरदास करिया करो, उस निरंकार के चरणों नाल जुड़िया करो। सतगुरु भली करनगे, सतगुरु भली करनगे। निरंकार अकाल पुरख तुहाडी जरूर सुनेगा। पर सतसंगी जी जी स्त्री है ना, इसके हिरदे नूं शीतलता उदों मिलती है, इनू लख हार श्रृंगार दे दईए, धन दौलत दे दईए, सुख आराम दे दईए, पर इस दे हिरदे नूं शीतलता नहीं प्राप्त होती, ठंड प्राप्त नहीं होती। इस्त्री दी ठंडक उदों ही है जदों इसकी ममता, इसनूं मां कहण वाला कोई घर विच आ जावे, तोतली आवाज़ दे विच जदों इसनूं कोई पुकारे मां मां, उदों इहदा ढिरदा जिहड़ा है ठंडा ठार हो जाता, शीतल हो जाता। रजोइयां बड़ियां कीतियां। सतसंगी जनों, इत्थे प्रेम ते प्यार ते भावना है, भावना है। धन गुरु अर्जन देव जी महाराज जी नूं कहण लगी, माता गंगा जी कहन लगे कि मेरे स्वामी दीन दुनिया के मालक, अज तो हद मुक गई, अज नहीं सहन होंदा। सतगुरु कहंदे की होया? कहंदे मेरी जेठानी करमों ताने मैनू मारती सी, मैनू औंतरी कहंदी मैं सह लैंदी सी, मैं कभी रोस नहीं किया उसने, मैनू बड़ा कुछ बोलदी है, निपुत्ती है तू, तेरे घर पुत नहीं, तू औंतरी है, किहड़े किहड़े बोल बोलती, मैं कभी नहीं बोली, मैनू कभी रोस नहीं आया, मैनू कभी गुस्सा नहीं आया, कभी क्रोध नहीं आया। पर अज जो उसने बचन किया है ना, जो बोल किया है, वो बोल नहीं सार होया। मेरे सतगुरु कहने लगे ऐसा किहड़ा बोल कह दिता उसने? कहंदी अज उसने कहा एडा ही गुरु नानक की गद्दी का मालिक बनिया फिरदा है, एडा ही गुरु नानक की गद्दी का मालिक बनिया फिरदा है, तेरी झोली तो हरी कर नहीं सकिया, तेनू तो पुत्र की दात दे नहीं सकिया, तेरे घर ना धी है ना पुत है। माता गंगा जी ने कहा सतगुरु हुण तां हद मुक गई, गुरु नानक नूं ताना वजा जे, गुरु नानक के घर नूं ताना वजा जे, हुण तुसीं मेरी अरजोई बेनती सुनो। ते सतसंगी जनों, सतगुरु जी ने फिर भी कोई अपनी सत्या नहीं दिखाई, अपनी ताकत नहीं दिखाई, अपना बोल नहीं दिखाया। मेरे सतगुरु कहन लगे कोई नहीं, धीर च करो, सहज विच आओ, जाओ गुरु नानक दे सिखां दी सेवा करो, जाओ बीड़ बाबा बुढ़ा जी, जिथे बाबा बुढ़ा जी बीड़ कहंदे ने जंगल नूं, जिथे मच्छियां चारदे पे ने, बाबा बुढ़ा जी उत्थे ज़्यादातर रहा करते सन। कहते जाओ, ब्रह्म ज्ञानी बाबा बुढ़ा जी जिन्हां ने 4 गुरु साहिबानां नूं गुरियाई तिलक दिता है अपनी हथी, धन गुरु अंगद देव जी, धन गुरु अमरदास जी, धन गुरु रामदास जी, ते गुरु अर्जन देव जी महाराज। कहते जाओ उन्हां दे कोल, उन्हां दी सेवा करो, उन्हां को अरदास बेनती जोदड़ी कराओ,
अपने सिख नूं मान दिता, वडियाई दिती। जानते सन मेरे सतगुरु कि ब्रह्म ज्ञानी का जिहड़ा बोल है ना खाली नहीं जा सकता। माता जी गए, निकट वरती सिखां दियां सिंगड़ियां अपनियां दासियां नूं नाल लिया, भोजन तैयार करवाया। भोजन तैयार करवा के रथ ते सवार हो के ते बीड़ दे विच गए ने, बीड़ वाल नूं जा रहे ने, जंगल वाल नूं जा रहे ने। हुण रथ जांदे ने, धूड़ उड़दी है, धूड़ उड़दी पई। बाबा बुढ़ा जी ने पुछना कीता है, धूड़ उड़दी पई है, कौन आ रहा है, कौन आ रहा है? निकटवर्तियों ने, सेवादारा ने दसिया, बाबा जी गुरु के महल आ रहे हैं, गुरु के महल आ रहे हैं। कहते गुरु के आनू की भाजड़ा पै गई, गुरु के आनू की भाजड़ा पै गई ने। ते सत संगी जन ये ब्रह्म ज्ञानी के बोल सन, ये बोल सन बाबा बुढ़ा जी। माता जी आए, आके सेवा की, अपने मन की अरजोई, हृदय की अरजोई कहना की, दसना की। बाबा बुढ़ा जी कहन लगे, मैं तो काही हाँ, सेवादार हाँ, मैं तो पाली हाँ, लंगर चारन वाला पाली, मेरे को की लेना है, मैं की दे सकता? वो ही ने सब कुछ देने वाले, वो ही सब कुछ करने वाले। बाबा बुढ़ा जी ने किवें ना किवें होवे माता गंगा जी ने वापस मोड़ दिता है। माता गंगा जी ने पता लग गया है कि ये भी बचन हो चुका है, गुरु के महलों की भाजड़ा पै गई है। सतसंगी जदों आए, धन गुरु अर्जन देव जी महाराज ने सारी वार्ता दसी, तो सतगुरु जी कहन लगे, नहीं किसी सिख दी गुरु दे घर की सेवा करनी होवे ना, फिर निमरता, प्रेम, प्यार, भावना चाहिए, भावना चाहिए, प्रेमा भगती चाहिए, गोबिंद भाओ भगत दा भुखा। उत्थे तो भावना प्रमाण है, उत्थे कोई धन दौलत प्रमाण नहीं है। भावनी भगत भाए कौडी अगर भाग रखे, ताहे गुर सरब निदान दान दे, निदान दान। यानी कोई कौडी रख के मत्था टेक देवे ना, कौडी रख के। ऐसे कृपालु दयालु ने सतगुरु जी, नाम दा निदान खजाना दी झोली च पा देंदे ने। खावो खर्चो तल मिल पाई, टोट ना आवे वध जाए, वधी जांदा जेड़ा ऐसा खजाना। इत्थे भावना चाहिए, तुसी कहे भावना ना जाओ, भावना नाल प्रेम नाल जाओ। हुण प्रेम किवें है, प्यार किवें है? अमृत वेला होया, इशनान किया माता जी ने, अपने हथी आटा गुनना किया है। दासिया ने कहा पिछे हट जाओ, तुसी नहीं लंगर च आना, प्रसादा आप तैयार कर, आप मिस्से प्रसादे तैयार किए, आप सत संगी जनों लस्सी तैयार की, अचार नाल लिया, लस्सी लई, जिन्हों आपां प्याज कहने, अनियन कहने, उस समय इसनूं गंढा कहा जाता है, गंढा, गंढे। ये गंढे ले गए, अचार लिया गया, मक्खन लिया गया, लस्सी लाई गई, मिस्से प्रसादे तैयार करके माता जी ने अपने सिर पे चुके, अपने सिर पे। हिरदे दे अंदर प्रेम प्यार भावना ते विराग लैके आंदा। जिन्नी देर तक प्रेम प्यार ये भावना हिरदे च नहीं ना आउंदी, विराग हिरदे च नहीं ना आउंदा, उन्नी देर सतसंगी जिन्हों अरजोई नहीं सुनी जाती। किते दुख होवे ना, कोई पीड़ा होवे, दुखी होइए, विराग होवे मन दे अंदर, उस वेले दी भावना देखियो, उस वेले दा प्रेम देखियो किवें होवेगा साडा। वो भावें घर दे साख संबंध की गल कर लईए ते भावें गुरु दे दर की गल कर लईए, जदों विराग है मन दे विच,
ਹੁਣ ਮਨ ਦੇ ਵਿੱਚ ਵੈਰਾਗ ਵੀ ਹੈ, ਪ੍ਰੇਮ ਵੀ, ਭਾਵਨਾ ਵੀ ਹੈ, ਸ਼ਰਧਾ ਵੀ ਹੈ, ਸੇਵਾ ਵੀ ਹੈ। ਆਪ ਚੱਲੇ, ਆਪ ਚੱਲ ਕੇ ਗਏ ਨੇ, ਚੱਲ ਕੇ। ਹੁਣ ਸਤ ਸੰਗੀ ਜਣੋ, ਬਾਬਾ ਬੁੱਢਾ ਜੀ ਨੂੰ ਪਤਾ ਲੱਗਿਆ ਕਿ ਅੱਜ ਫੇਰ ਮਾਤਾ ਜੀ ਆ ਰਹੇ ਨੇ, ਗੁਰੂ ਕੇ महल ਆ ਰਹੇ ਨੇ। ਬਾਬਾ ਬੁੱਢਾ ਜੀ ਨੇ ਆਪਣੇ ਆਸਣ ਤੋਂ ਖੜੇ ਹੋਣਾ ਕੀਤਾ ਤੇ ਬੜਾ ਚਾਅ ਕੀਤਾ, ਬੜੀ ਖੁਸ਼ੀ ਕੀਤੀ, ਕਿਉਂਕਿ ਸਮਾਂ ਸੀ, ਉਹ ਸਮਾਂ ਐਸਾ ਸੀ। ਬਾਬਾ ਬੁੱਢਾ ਜੀ ਕਹਿੰਦੇ ਨੱਚਣ ਲੱਗ ਪਏ, ਨੱਚਣ ਖੁਸ਼ੀ ਦੇ ਵਿੱਚ। ਤੇ ਨੱਚਦਿਆਂ ਨੱਚਦਿਆਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਜੋੜਦੇ ਆ, ਆਨੰਦ ਦੇ ਵਿੱਚ, ਖੁਸ਼ੀ ਦੇ ਵਿੱਚ ਬਚਨ ਕਰਦੇ ਨੇ, ਤੇਰੇ ਘਰ ਜੋਧਾ ਪ੍ਰਗਟ ਹੋਵੇਗਾ, ਜੋਧਾ ਦਲਾਂ ਨੂੰ ਭੰਨਣ ਵਾਲਾ ਸੂਰਮਾ ਹੋਵੇਗਾ। ਅਜੇ ਸਤ ਸੰਗੀ ਜਨ ਮਾਤਾ ਜੀ ਨੇ ਪਹੁੰਚਣਾ ਹੈ। ਬਚਨ ਪਹਿਲਾਂ ਮਾਤਾ ਜੀ ਕੋਲ ਆਏ, ਕੁਝ ਨਹੀਂ ਬੋਲੇ, ਕੁਝ ਨਹੀਂ ਕਿਹਾ, ਕੋਈ ਮੰਗ ਨਹੀਂ ਰੱਖੀ। ਪ੍ਰੇਮ, ਪਿਆਰ, ਭਾਵਨਾ, ਸ਼ਰਧਾ ਦੇ ਨਾਲ ਸੇਵਾ ਕੀਤੀ, ਪ੍ਰਸ਼ਾਦਾ ਛਕਾਇਆ। ਅਸੀਂ ਸਤ ਸੰਗੀ ਜਨੋ ਭਾਵ ਮੰਗ ਪਹਿਲਾਂ ਰੱਖਦੇ ਹਾਂ ਤੇ ਸੇਵਾ ਬਾਅਦ ਚ ਕਰਦੇ ਹਾਂ। ਅਸੀਂ ਮੰਗ ਪਹਿਲਾਂ ਰੱਖਦੇ ਹਾਂ, ਸੇਵਾ ਬਾਅਦ ਚ ਕਰਦੇ ਹਾਂ, ਭਾਵਨਾ ਬਾਅਦ ਚ ਲੈ ਕੇ ਆਉਂਦੇ ਹਾਂ, ਪ੍ਰੇਮ ਬਾਅਦ ਚ ਲੈ ਕੇ ਆਉਂਦੇ ਹਾਂ। ਪਰ ਇੱਥੇ ਪ੍ਰੇਮ ਪਹਿਲਾਂ ਹੈ, ਭਾਵਨਾ, ਸ਼ਰਧਾ, ਸੇਵਾ ਪਹਿਲਾਂ ਹੈ, ਮੰਗ ਬਾਅਦ ਚ ਹੈ, ਮੰਗ ਬਾਅਦ ਚ ਹੈ। ਇਹ ਤੇ ਸਾਹਿਬ ਦੇ ਹੱਥ ਵਡਿਆਈਆਂ ਨੇ, ਜਿਸ ਭਾਵ ਹੈ ਤਿਸ ਦੇ, ਉਹਦੀ ਮਰਜ਼ੀ ਹੈ ਦੇਣਾ ਕਿ ਨਹੀਂ ਦੇਣਾ। ਦਾਤੇ ਦਾਤ ਰੱਖੀ ਹੱਥ ਆਪਣੇ, ਦਾਤਾਂ ਨੇ ਆਪਣੇ ਹੱਥਾਂ ਵਿੱਚ ਰੱਖੀਆਂ ਨੇ। ਸਾਡਾ ਫਰਜ਼ ਹੈ ਪ੍ਰੇਮ ਨਾਲ, ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਉਸ ਦੇ ਦਰ ਦੀ, ਉਸ ਦੇ ਘਰ ਦੀ, ਉਸ ਦੇ ਚਰਨਾਂ ਦੀ, ਉਸ ਦੀ ਸੰਗਤ ਦੀ, ਉਹਦੇ ਸਿੱਖਾਂ ਦੀ ਸੇਵਾ ਕਰਨੀ। ਮੰਗ ਰੱਖਣਾ ਨਹੀਂ। ਮਾਤਾ ਜੀ ਨੇ ਅੱਜ ਕੋਈ ਮੰਗ ਨਹੀਂ ਰੱਖੀ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਜੀਵਨ ਮੁਕਤ, ਐਸੀ ਬਖਸ਼ਿਸ਼ ਹੈ ਗੁਰੂਆਂ ਦੀ। ਜਾਣਦੇ ਨੇ, ਸਭ ਕੁਝ ਜਾਣਦੇ ਨੇ, ਹਿਰਦੇ ਦੀ, ਅੰਦਰ ਦੀ, ਮਨ ਦੀ। ਬਾਬਾ ਬੁੱਢਾ ਜੀ ਪ੍ਰਸ਼ਾਦਾ ਛਕਦੇ ਪਏ ਨੇ, ਪ੍ਰਸੰਨ ਹੁੰਦੇ ਪਏ ਨੇ। ਤੇ ਜਿਸ ਸਮੇਂ ਸਤ ਸੰਗੀ ਜਨੋਂ ਗੰਢਾ ਆਪਣੇ ਹੱਥ ਦੇ ਵਿੱਚ ਲਿਆ, ਉਸ ਗੰਢੇ ਨੂੰ ਆਪਣੇ ਗੋਡੇ ਤੇ ਰੱਖਿਆ ਤੇ ਮੁੱਕੀ ਮਾਰ ਕੇ ਭੰਨਿਆ, ਮੁੱਕੀ ਮਾਰ ਕੇ ਭੰਨਣਾ ਕੀਤਾ। ਤੇ ਸਤ ਸੰਗੀ ਜਨੋਂ ਜਿਹੜੇ ਪਾਲੀ ਰਹੇ ਨੇ, ਜਿਨ੍ਹਾਂ ਨੇ ਖੇਤਾਂ ਦਾ ਕੰਮ ਕੀਤਾ, ਖੇਤਾਂ 'ਚ ਜਾ ਕੇ ਵਾਹੀ ਕੀਤੀ, ਉਹ ਸਭ ਜਾਣਦੇ ਨੇ। ਉਹਨਾਂ ਨੂੰ ਪਤਾ ਹੈ ਕਿ ਜਦੋਂ ਪ੍ਰਸ਼ਾਦਾ ਲੈ ਕੇ ਘਰੋਂ ਕੋਈ ਆਉਂਦਾ ਹੈ ਤੇ ਉਹਨਾਂ ਖੇਤਾਂ ਵਿੱਚ ਕੰਮ ਕਰਦੇ ਆ। ਗਰਮੀ ਦੇ ਮੌਸਮ ਦੇ ਵਿੱਚ ਉਹ ਪ੍ਰਸ਼ਾਦੇ ਦਾ ਆਨੰਦ ਕੀ ਹੈ, ਉਹ ਠੰਡੀ ਛਾਂ ਦਾ ਆਨੰਦ ਕੀ ਹੈ। ਤੇ ਸਤ ਸੰਗੀ ਜਨੋਂ ਉਹ ਜਦੋਂ ਗੰਢਾ ਭੰਨਿਆ ਗਿਆ ਤੇ ਗੰਢਿਆ ਜਦੋਂ ਭੱਜਿਆ ਤੇ ਗੰਢੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ, ਜਾਣੂ ਹੋਵੋਗੇ ਕਿ ਗੋਲੀ ਹੋਇਆ ਕਰਦੀ। ਬਾਕੀ ਉੱਪਰ ਛਿਲਕੇ ਹੁੰਦੇ ਨੇ, ਇੱਕ ਬਿਲਕੁਲ ਸੈਂਟਰ ਦੇ ਵਿੱਚ ਗੋਲ ਪੱਤਰ ਗੋਲੀ ਦੀ ਤਰ੍ਹਾਂ ਹੋਇਆ ਕਰਦਾ ਹੈ ਪਿਆ, ਜਿਹੜਾ ਉਸ ਦਾ ਬਿੰਦੂ ਹੋਇਆ ਕਰਦਾ ਹੈ, ਉਸ ਗੰਢੇ ਦਾ ਪਿਆਜ਼ ਮੁੱਢ ਹੋਇਆ ਕਰਦਾ ਹੈ ਜਿਹੜਾ। ਉਹ ਗੋਲੀ ਗੰਢਾ ਦੋਨੇ ਫਾੜ ਹੋ ਕੇ ਸਾਡਾ ਤੇ ਉਹ ਗੋਲੀ ਬਾਹਰ ਨਿਕਲ ਗਈ। ਬਾਬਾ ਬੁੱਢਾ ਜੀ ਕਹਿੰਦੇ ਮਾਤਾ ਜੀ ਐਸਾ ਸੂਰਮਾ ਆਵੇਗਾ, ਏਦਾਂ ਸੂਰਮਾ ਏਦਾਂ ਵੈਰੀਆਂ ਦੇ ਸਿਰ ਭੰਨੇਗਾ। ਮਾਤਾ ਜੀ ਨੇ ਦੋਵੇਂ ਹੱਥ ਜੋੜ ਲਏ, ਸੀਸ ਝੁਕਾ ਦਿੱਤਾ। ਉਸੇ ਪ੍ਰੇਮ, ਪਿਆਰ, ਭਾਵਨਾ, ਸ਼ਰਧਾ ਦੇ ਨਾਲ ਮਾਤਾ ਜੀ ਆਪਣੇ ਸਥਾਨ ਤੇ ਆ। ਸਾਚੇ ਸਤਿਗੁਰ ਦੀਆ ਭੇਜ, ਸਾਚੇ ਸਤਿਗੁਰ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਇ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬੇਗਾਸ। ਜੰਮਿਆ ਭੂਤ, ਜੰਮਿਆ ਭੂਤ ਭਗਤ
गोविंद का। प्रगटिया सब ने देखिया तुर का। परमात्मा ने कृपा की, उधरे माहे आए किया निवास, उधर दे निवास हो गया। ते सतगुरु जी ने हुण सतसंगी जनों अमृतसर तो अपने महल माता गंगा जी नूं वडाली भेजना कीता है। वडाली, ये वडाली इत्थे दा एक चौधरी है हेमा, हेमे चौधरी ने, क्योंकि गुरु नानक दे घर दा सिख के गुरु अर्जन देव जी महाराज जी दा सेवक के, ते गुरु साहब जी ने वडाली भेजण का जिहड़ा निर्णय लिया उसका कारण यह कि पिरथी चंद की जिहड़ी नीयत है ना वो खराब है, उसकी विचारधारा दे विच फर्क है। ते जिहड़ी कर्मों है उसकी धर्म पत्नी, उसने तो अपना प्रगटावा कर ही दिता है। ते सतगुर नहीं चाहते भी कोई किसी तरह का नुकसान पहुँचाउण, इस करके इस चौधरी हेमे की हवेली है, इस नाल गलबात की भी असी अपने परिवार अपने महलों नूं इत्थे वडाली भेजना है। इसने अपनी सारी हवेली खाली करा दी ते गुरु नूं अर्पित कर दी। जिन्होंने अज कहने गुरु की वडाली, अमृतसर जिला गुरु की वडाली। माता गंगा जी इत्थे आ गए ने, गुरु अर्जन देव जी महाराज सेवा कारजां दे विच ने। समा आ गया, दसी मासी बालक हुक्म बालक जन्म लिया। परमेश्वर परमात्मा के हुक्म अनुसार वो समा 14 से 1595 गुरु हरगोबिंद साहब जी महाराज जी का आगमन दिवस, सतगुरु जी का आगमन होया। खुशियां खेड़े आनंद वधाइयां जान लगियां ते गुरु अर्जन देव जी महाराज लाहौर ने उस समय, लाहौर सेवा कारजां दे विच सतगुरु जी तक भी सुनेहा पहुंचा। सतगुरु जी ने फिर ताड़ना की, सुनेहा भेजिया भी ख्याल रखना, ख्याल रखना, विरोधियों का कुछ नहीं पता, कुछ भी कर सकते हैं। बालक का ध्यान रखियो, बालक का चेतन रहना बालक के कोल। हुण सतसंगी जनों इधर आप जी ने देखा होगा जिहड़ा पानी है ना, पानी ये पल रही अग के उपर पा दईए, भांबड़ मचदे होण, पानी भी भावें उबलदा होवे ते भांबरां नूं ठंडा कर दिंदा है। ये सच है ना जी, पानी ठंडा हो, पानी पा दईए अग के उपर, अग ठंडी कर दिंदा है, अग बुझ जाती है। जिन्नी मर्जी अग बलदी होवे, जिन्ना मर्जी तेज गर्म पानी होवे, पर पानी का एको ही सुभाव है कि बल रही अग नूं बुझा दे। पर कोई ऐसी चीज भी है, ऐसी चीज वस्तु भी है जिस विच पानी पा दिता जाए तो वह अग बलन लग पैंदी, अग उहदे विचों अग बलन लग पैंदी है, वो उबाले मारन लग पैंदा है। वो है चूना, कली। कली पाओ भांडे दे विच, तुस कली दे विच पानी पा दिओ ते उहदे विच सेक निकलना आरंभ हो जाता है। संसार नूं तां शीतलता मिली, वधाइयां आउण लगियां भी गुरु अर्जन देव जी महाराज जी के घर बहुत लंबे समय बाद पुत्र ने जन्म लिया है। पर इधर कर्मों पिरथी चंद, पिरथी चंद एक कर्मों जिहड़ा चूने का काम कर रहा है। इन्हें तो जो शीतल ये जल पिया ना, ये वधाई का जल पिया, पता लग्या भी उधर तो पुत्र ने जन्म ले लिया, पुत्र जन्मिया उधर। आस सी मेरा पुत्र मेहरबान अगले आने वाले समय च गुरियाई गुरगद्दी ते बैठेगा। वो आसां ते पानी फिर गया, उबाले मान लग्या अंदर।
ਅੱਗ ਨਿਕਲਣ ਲੱਗੀ ਅੰਦਰੋਂ, ਸੇਕ ਨਿਕਲਣ ਲੱਗਾ ਅੰਦਰੋਂ, ਹੁਣ ਵਿਉਂਤ ਬੰਦੀਆਂ ਘੜਨ ਲੱਗਾ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਰਜਾਮੀ ਨੇ, ਘਟਾਂ ਦੀਆਂ ਹਿਰਦੇ ਦੀਆਂ ਜਾਣਨ ਵਾਲੇ ਨੇ, ਜਾਣਦੇ ਨੇ। ਇਸੇ ਲਈ ਹਿਦਾਇਤ ਭੇਜੀ ਸੀ, ਧਿਆਨ ਰੱਖਣਾ, ਚਤੰਨ ਰਹਿਣਾ। ਇਸ ਪ੍ਰਿਥੀ ਚੰਦ ਨੇ ਦਾਈ ਦਾ ਕੰਮ ਹੈ ਜੀਵਨ ਦੇਣਾ। ਤੇ ਦੋ ਦਾਈਆਂ ਦਾ ਜ਼ਿਕਰ ਇਤਿਹਾਸ ਵਿੱਚ ਬੜਾ ਆਉਂਦਾ ਹੈ। ਇੱਕ ਦਾਈ ਉਹ ਹੈ ਜਿਸ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਿਹਦਾ ਨਾਮ ਸੀ ਦੌਲਤਾਂ, ਪਰ ਕੋਲ ਟਕਾ ਵੀ ਨਹੀਂ, ਕੋਲ ਪੈਸਾ ਕੋਈ ਨਹੀਂ, ਪਰ ਨਾਮ ਹੈ ਦੌਲਤਾਂ। ਆਸ ਬੱਝੀ ਸੀ ਵੀ ਹੁਣ ਦੌਲਤ ਮਿਲੇਗੀ, ਪਟਵਾਰੀ ਘਰ ਬੱਚਾ ਹੋਣਾ ਹੈ, ਜੇ ਪੁੱਤਰ ਹੋ ਗਿਆ ਤਾਂ ਦੌਲਤ ਵਾਧੂ ਮਿਲੇਗੀ। ਤੇ ਸਤ ਸੰਗੀ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਤ੍ਰਿਪਤ ਹੋ ਗਈ। ਹਾਲਾਂਕਿ ਮਹਿਤਾ ਕਾਲੂ ਜੀ ਥਾਲ ਭਰ ਕੇ ਮੋਹਰਾਂ ਦਾ ਲਿਆਏ, ਪਰ ਦੌਲਤ ਕਹਿੰਦੀ ਇਹ ਦੌਲਤ ਤਾਂ ਹੁਣ ਫਿੱਕੀ ਹੈ, ਇਹ ਨਹੀਂ ਚਾਹੀਦੀ, ਇਹ ਦੌਲਤ ਨਹੀਂ ਚਾਹੀਦੀ, ਇਹ ਦੌਲਤ ਨੇ ਕੋਈ ਸਾਥ ਨਹੀਂ ਦੇਣਾ ਮੇਰਾ, ਮੈਨੂੰ ਜੋ ਦੌਲਤ ਚਾਹੀਦੀ ਉਹ ਮਿਲ ਗਈ ਹੈ। ਸਭ ਤੋਂ ਵੱਡੀ ਦੌਲਤ ਪਤਾ ਕੀ ਹੈ? ਅੰਦਰ ਸਹਿਜ ਆ ਜਾਵੇ, ਅੰਦਰ ਸੀਤਲਤਾ ਆ ਜਾਵੇ, ਅੰਦਰ ਸੰਤੋਖ ਆ ਜਾਵੇ, ਇਹ ਦੌਲਤ ਹੈ। ਜਿਹਦੇ ਕੋ ਸਹਿਜ ਨਹੀਂ, ਸੰਤੋਖ ਨਹੀਂ, ਸਬਰ ਨਹੀਂ, ਸੀਤਲਤਾ ਨਹੀਂ, ਸਤ ਸੰਗੀ ਜਿਹਨੂੰ ਭਾਵੇਂ ਅਰਬਾਂ ਖਰਬਾਂ ਦਾ ਮਾਲਕ ਹੋਵੇ, ਉਹ ਕੰਗਾਲ ਹੈ, ਉਹ ਕੰਗਾਲ ਹੈ। ਦੌਲਤ ਉਹੀ ਹੈ ਜਿੱਥੇ ਚੈਨ ਹੈ। ਕੀ ਕਰਾਂਗੇ ਉਸ ਦੌਲਤ ਨੂੰ? ਕੀ ਕਰਾਂਗੇ ਉਸ ਦੌਲਤ ਨੂੰ ਜਿਹੜੀ ਸਾਨੂੰ ਸੌਣ ਨਾ ਦੇਵੇ? ਕੀ ਕਰਾਂਗੇ ਉਸ ਦੌਲਤ ਨੂੰ ਜਿਹੜੀ ਸਾਨੂੰ ਭੋਜਨ ਖਾਣ ਨਾ ਦੇਵੇ? ਅੱਜ ਅਸੀਂ ਆਪਣਾ ਮਨ ਚਾਹਿਆ ਭੋਜਨ ਨਹੀਂ ਖਾ ਪਾਉਂਦੇ, ਅੱਜ ਆਪਾਂ ਸੌਂ ਵੀ ਨਹੀਂ ਪਾਉਂਦੇ, ਚਿੰਤਾਵਾਂ ਨੀਂਦ ਨਹੀਂ ਆਉਣ ਦਿੰਦੀਆਂ, ਸੌਂ ਨਹੀਂ ਦਿੰਦੀਆਂ। ਚਿੰਤਾ ਜਾਂ ਤਾਂ ਬਹੁਤੀ ਮਾਇਆ ਦੀ ਤੇ ਜਾਂ ਥੋੜੀ ਮਾਇਆ ਦੀ। ਚਿੰਤਾ ਮਾਇਆ ਦੀ, ਜਿਸ ਕਰੇ ਥੋੜੀ ਸੋ ਫਿਰੈ ਪ੍ਰਮੰਤਾ, ਜਿਸ ਕਰੇ ਬਹੁਤੀ। ਹੁਣ ਜਿਹਦੇ ਘਰ ਵਿੱਚ ਬਹੁਤੀ ਉਹ ਚਿੰਤਾ ਦੇ ਵਿੱਚ ਹੈ, ਜਿਹਦੇ ਘਰ ਥੋੜੀ ਉਹ ਵੀ ਚਿੰਤਾ ਦੇ ਵਿੱਚ ਹੈ। ਦੋਹੋਂ ਵਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਪਾਲੀਏ ਜੀ। ਇਧਰ ਦਾਈ ਦੂਸਰਾ ਨਾਮ ਆਉਂਦਾ ਹੈ ਫੱਤੋ। ਕੰਮ ਤਾਂ ਜੀਵਨ ਹੈ, ਦੇਣਾ ਹੈ, ਪਰ ਲਾਲਚ ਜਿਹੜਾ ਹੈ ਨਾ, ਇਹ ਮਨੁੱਖ ਦੀ ਮੱਤ ਤੇ ਪੜਦਾ ਪਾ ਦਿੰਦਾ ਹੈ। ਇਸ ਦਾਈ ਫੱਤੋ ਦਾ ਵੀ ਇਤਿਹਾਸ 'ਚ ਨਾਂ ਜ਼ਰੂਰ ਲਿਆ ਜਾਂਦਾ ਹੈ, ਪਰ ਨਾਂ ਲਿਆ ਜਾਂਦਾ ਹੈ ਉਹਨਾਂ ਦੁਸ਼ਟਾਂ ਦੇ ਵਿੱਚ, ਉਹਨਾਂ ਪਾਪਣਾਂ ਦੇ ਵਿੱਚ, ਜਿਹਨੇ ਇਹ ਪਾਪ ਕਰਨ ਵਾਸਤੇ ਲਾਲਚ ਵਸ ਹੋਈ। ਦਾਈ ਦੌਲਤਾਂ ਦਾ ਵੀ ਨਾਂ ਲਿਆ ਜਾਂਦਾ ਹੈ, ਪਰ ਉਹ ਭਾਵਨਾ ਦੇ ਨਾਲ ਲਿਆ ਜਾਂਦਾ ਹੈ, ਪ੍ਰੇਮ ਦੇ ਨਾਲ ਲਿਆ ਜਾਂਦਾ ਹੈ। ਦਾਈ ਫੱਤੋ ਨੂੰ ਕੇਵਲ 200 ਰੁਪਇਆ, ਉਸ ਸਮੇਂ 200 ਰੁਪਇਆ ਬਹੁਤ ਜ਼ਿਆਦਾ ਸੀ। 200 ਰੁਪਇਆ ਦਾਈ ਦੌਲਤ ਨੂੰ ਪ੍ਰਿਥੀ ਚੰਦ ਨੇ ਦਿੱਤਾ। ਕਹਿਣਾ ਕੀਤਾ ਕਿ ਬਾਲਕ ਜਿਹੜਾ ਜਨਮਿਆ ਹੈ ਹਜੇ ਵਡਾਲੀ ਨੇ, ਇਹ ਵੀ ਧਿਆਨ 'ਚ ਰੱਖਣਾ, ਵਡਾਲੀ ਨੇ ਵਡਾਲੀ ਭੇਜਿਆ ਸੀ ਦਾਈ ਫੱਤੋ ਨੇ। ਕਹਿੰਦੇ ਜਾ ਉਸ ਬੱਚੇ ਨੂੰ ਖਤਮ ਕਰਨਾ ਹੈ। ਹੁਣ ਖਤਮ ਕਰਨ ਵਾਸਤੇ ਇਸ ਦਾਈ ਨੇ ਕੀ ਕੀਤਾ? ਆਪਣੇ ਸਥਨਾਂ ਨੂੰ ਇਸ ਨੇ ਜ਼ਹਿਰ ਲਗਾ ਲਿਆ, ਬੱਚੇ ਨੂੰ ਗੋਦ ਵਿੱਚ ਲਿਆ ਕਿ ਕਿਵੇਂ ਨਾ ਕਿਵੇਂ ਇਸ ਨੂੰ ਮੈਂ ਦੁੱਧ ਪਿਲਾਵਾਂ, ਇਹ ਦੁੱਧ ਪੀਵੇ, ਜ਼ਹਿਰ ਅੰਦਰ ਜਾਵੇ ਤੇ ਖਤਮ ਹੋ ਜਾਵੇ। ਸਮਾਂ ਪਾ ਕੇ ਇਸ ਨੇ ਇਹ ਵਿਉਂਤ, ਇਹ ਚਾਲ ਚੱਲਣੀ ਕੀਤੀ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੀ ਪੀੜੀ ਦੇ ਮਾਲਕ, ਮੇਰੇ ਸਾਥ ਚਟਾਨ, ਜਿਨ੍ਹਾਂ ਨੇ ਸੰਸਾਰ ਦੇ ਬੱਚਿਆਂ ਦੀ ਜਿਹੜੀ ਰੌ ਰੀਤ ਸੀ ਨਾ, ਉਸ ਨੂੰ ਪਗਾਇਆ। ਸੰਸਾਰ ਦੇ ਬੱਚਿਆਂ ਦੀ ਰੌ ਰੀਤ, ਕਿਉਂਕਿ ਸੰਸਾਰੀ ਬੱਚੇ ਜਦੋਂ ਸੰਸਾਰ 'ਚ ਹੁੰਦੇ ਨੇ ਨਾ, ਉਹ ਰੋਂਦੇ ਨੇ। ਕੋਈ ਗੈਰ ਚੱਕ ਲਵੇ ਨਾ, ਰੋਣਾ ਸ਼ੁਰੂ ਕਰ ਦਿੰਦੇ ਨੇ। ਦਾਈ ਫੱਤੋ ਨੇ ਜਦੋਂ ਚੱਕਿਆ ਤੇ ਗੁਰੂ ਸਾਹਿਬ ਜੀ ਨੇ ਉੱਚੀ ਉੱਚੀ ਇਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਰੋਣ ਦੀ ਆਵਾਜ਼ ਦਿੱਤੀ। ਮਾਤਾ ਗੰਗਾ ਜੀ ਦੇ ਕੰਨਾਂ 'ਚ ਪਈ, ਭੱਜ ਕੇ ਆਏ ਵੀ ਕਿਉਂ ਰੋਂਦਾ ਪਿਆ? ਦਾਈ ਦੇ ਹੱਥਾਂ 'ਚ, ਦਾਈ ਦੇ ਹੱਥਾਂ 'ਚ ਲੈ ਲਿਆ,
ਹੁਣ ना माता गंगा जी ਨੂੰ पता है कि की भाना सीगा की होया, पर इधर जहर इतनी तेज सी कि दाई दे कोलों फतो दे कोलों अपने कोलों ही ना सहारी। वो जहर ने उल्टा असर कर दिता, दाई की उत्थे ही मौत होनी आरंभ हो गई। श्वास निकलने आरंभ हो गए, श्वास निकलते पे ने। हुण जो पता लग्या मैं को पाप होने लगा सी, मैं पापण बन लगी हाँ, मैं पाप कीता है, हुण खिमा मंगदी है, भुल्ला बख्शाउंदी है। माता गंगा जी नूं दसदी है कि मेरे को एक कम एक कारा तुहाडे जेठ तुहाडी जठानी पिरथी चंद करमू ने करवाया, उन्होंने करवाया। मैं लालचवस हो गई। धन गुरु अर्जन देव जी महाराज ने एक बारी भी जा करके कोई फटकार नहीं पाई, कोई उलामा नहीं दिता, कोई लड़ना नहीं किया कि पिरथी चंद तू ये क्यों किया है। सतगुरु पता की कहते हैं, कहते सदा सदा हर जापे, गुरु सतगुरु रखे आपे। भाई परमेश्वर परमात्मा के नाम नूं जपना कर, तू जो नाम जपेगा ना रखिया फिर वो आपे करेगा। हर गोविंद नवा नरोआ, वो आप ही नवा नरोआ रखता है, पर किदों जो जपते हैं। संगत में प्रेरणा सी कि चिंता ना करो, आपे रखेगा। हम सतसंगी जी ने इधर तो बड़ा सहज संतोख है, पर पिरथी चंद ने अपने हीले किए, 3 हीले होर किए। सफेरा भेजिया, खंडावा भेजिया, अपने हाणी दे कोलों जो गुरु हरगोबिंद साहब जी महाराज के हाणी ने, उन्होंने चाचे नूं अपने नाल गंढना किया। चाचे ने जेबां दे विच मठियाई पा दी। हुण एक जेब दे विच मठियाई वो है जिहदे विच कोई जहर नहीं है, एक मठियाई वो है जिहदे विच जहर है। हुण ये हाणी जिहड़ा है, रामा जिहड़ा है मठियाई खवाउंदा है, ते किहड़ी जिहदे विच जहर नहीं है, वो गुरु हरगोबिंद साहब जी महाराज नूं खिला रहा है। जिहदे च जहर है वो आप छक लिया है। आखिरकार ये भी पाठ जिहड़ा सी उगड़ गया। सतसंगी जिन्हों ये भी जिहड़ा पाठ सी ना, ये भी सामने आ गया। धन गुरु हरगोबिंद साहब जी महाराज मीरी पीरी दे मालक सतगुरु, जिन्हां दा जीवन इस तरह अगे बढ़ता गया। विद्या बाबा बुढ़ा जी को प्राप्त होनी आरंभ हो गई। गुरु हरगोबिंद साहब जी महाराज जियां नूं शस्त्र घोड़ सवारी जिथे बाबा बुढ़ा जी ने भी दी, आप पिता गुरु अर्जन देव जी महाराज जी ने भी देना की। 1599 का समा जो सतगुरु जी वापस अमृतसर आ गए, 1599 का समा। हुण वापस आ करके जिहड़े कारज सन वो फिर आरंभ दिते गए। हरमंदर की जिहड़ी उसारी सी वो कंप्लीट की गई, ते नाल ही सतसंगी जनों मेरे सतगुरु जी ने बाणी की संभाल भी करना आरंभ कर दी। धन साहिब श्री गुरु ग्रंथ साहिब जी महाराज, आज श्री गुरु ग्रंथ साहिब जी महाराज की संपादना जी वो होनी आरंभ हो गई। इसे समय दौरान चंदू जिसकी एक सपुत्री एक धी है, इसका एक पुरोहित अमृतसर आंदा है। गुरु हरगोबिंद साहब जी महाराज जी की आरजा उस समय 10 तो 11 साल हो चुके हैं। एक ही करता है, गुरु अर्जन देव जी महाराज जी ने विचार करता है कि एक चंदू है, चंगा खानदान है, चंगे घर का है, ते होवे ना होए उसकी पुत्री ना हरगोबिंद साहब जी महाराज जी का विवाह कर दिता जाए, मंगना कर दिता जाए। सतगुरु जी ने उस तो जान पहचान लैके जिहड़ा मंगना सी वो पक्का कर दिता। जाके पुरोहित ने इस चंदू नूं दसना कीता
कि मैं फलानी जगह अमृतसर पंजवीं जोत गुरु नानक देव जी, गुरु अर्जन देव जी महाराज जो संत ने, महात्मा ने, बड़े कृपालू ने, दयालु ने, उन्होंने सपुत्र हरगोबिंद साहब जी महाराज जी के नाल तुहाडी पुत्री का मंगना कराया। ते चंदू दे ना हिरदे दे अंदर हंकार आ गया। हुण बोल कबोल बोलन लग गया। पुरोहित नूं कहंदा है, पुरोहित चल जो तू कर आया ठीक कर आया, पर चंगा नहीं कोई ज्यादा कीता तू। कहंदा जी की नहीं चंगा कीता? कहने लगे कमाल हो गई है, चबारे दी इट तू मोरी न लाया। अपने आप को चबारा दसदा है, गुरु नानक दे घर नूं मोरी दसदा है। कहने किदा रिश्ता तू किथे जोड़ आया, पर चलो जो तू कर आया ठीक कर आया। नाले भी कहता है कि चाहता है वो चाहता है कि रिश्ता होवे, पर अहंकार बोलता है ना, धन बोलता है अंदर, माया बोलती है अंदर। गुरु नानक नाम लेवा संगतां दियां, दिल्ली दियां संगतां नूं उन्हां दे कन्नां 'च एक आवाज़, एक गल पै गई। बड़ा रोस किया, एडा हंकारी अपने आप को चबारा गुरु नानक के घर नूं मोरी दसदा है। संगतां ने एक पत्र लिखिया, एक पत्र बेनती के रूप में। पत्र विच लिखिया कि सतगुरु जी असीं तुहाडे चरनां 'च ये बेनती करना चाहुंदे हां कि ये जिस चंदू दे नाल तुसीं अपने सपुत्र दा मंगना कीता है ना, ये चंदू दे अंदर हंकार है, गुरु नानक दे घर नूं मोरी कहंदा है। ते संगतां इस तो प्रसन्न नहीं है, खुश नहीं है। सतगुरु जी कहते जे संगत नहीं खुश तो गुरु नानक किवें खुश होएगा? जे संगत ही प्रसन्न नहीं तो गुरु नानक किवें प्रसन्न होएगा? संगत की खुशी, गुरु नानक की खुशी बड़ी अत जरूरी है। इस करके जेड़ा गल, जेड़ा कार्य करने वास्ते संगत कहेगी वही होगा, जेड़ा ना करने वास्ते कहेगी वो नहीं होगा। सतसंगी जनों, उस पुरोहित नूं सतगुरु धन गुरु अर्जन देव जी महाराज जी ने सुनेहा भेज दिता, भाई तेरा साथ इस घर दे विच प्रमाण नहीं, असीं तेरी सपुत्री का सत्कार करते हैं, तेरा सत्कार करते हैं, पर असीं संगत की गल टाल नहीं सकते, क्योंकि विच संगत हर प्रभ वसै। सतगुरु कहते संगत पहला है। हुण रिश्ता टुट गया, मन दे विच क्रोध पैदा हो गया। इधर काना, पिल्लू, पीलू, सचू, शाह हुसैन वर्गे जिहड़े अपने आप नूं भगत कहंदे ने, भगत जिहड़े कहंदे सन जिहड़ा संपादन तुसीं कर रहे हो उहदे विच साडी बाणी, साडी काव्य रचना भी दर्ज करो। सतगुरु जी कहंदे जे परमात्मा दे उस्तत विच होवेगी, गुरमत सिद्धांतां दे अनुकूल होवेगी तो जरूर प्रवान की जाएगी, पर अनुकूल नहीं सी, नहीं प्रवानगी। ये भी गुस्से च ने। अकबर की मौत तो बाद जहांगीर सलीम इसका पुत्र तखत से बैठ जाता है। हम तखत से बैठा, तखत से बैठद्या सार ही विरोधियों ने, पिरथी चंद ने, चंदू ने, इन्हों ने, शाह हुसैन, पीलू ने, काने ने चुकना आरंभ कर दिता। नाल नक्शबंदी कट्टर अहमद शाह सरहंदी वर्गे बिक्का बाली दे शागिर्द, इन्होंने भी कट्टरता वास्ते जहांगीर के कन्न भरने आरंभ कर दिते। आखिरकार जो अकाल पुरख का भाना सी वो वरत्या, वो समा आया। धन गुरु अर्जन देव जी महाराज जी को लाहौर बुलाया गया। लाहौर सतसंगी जनों, धन गुरु अर्जन देव जी महाराज लाहौर जान तो पहला
ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ ਤੇ ਹੋਰ ਨਿਕਟਵਰਤੀ ਜਿਹੜੇ ਸੇਵਕ ਸਿੱਖ ਨੇ ਸਭਨਾਂ ਨੂੰ ਕੋਲ ਬੁਲਾਇਆ। ਭਾਈ ਕੇਸਰ ਸਿੰਘ ਛਿੱਬਰ ਜੀ ਹੋਣਾ ਨੇ ਦਾ ਕਥਨ ਹੈ, ਉਹਨਾਂ ਦੀ ਲਿਖਤ ਮੁਤਾਬਕ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣੀ ਲਿਖਦੇ ਨੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕੋਲ ਬੁਲਾਇਆ ਗਿਆ। 11 ਸਾਲ ਦੀ ਅਰਜ਼ਾ ਹੈ, ਇੱਕ ਕਿਰਪਾਨ ਮੰਗਾਏਗੀ। ਕਿਰਪਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਰਖ ਕਰਨਾ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹੱਥ 'ਚ ਫੜਾਈ ਤੇ ਕਹਿਣਾ ਕੀਤਾ ਕਿ ਇਸ ਕਿਰਪਾਨ ਦੇ ਨਾਲ ਆਪਣੀ ਉਂਗਲੀ ਤੇ ਵਾਰ ਕਰੋ, ਆਪਣੀ ਉਂਗਲੀ ਤੇ ਵਾਰ ਕਰੋ। ਇਹ ਪਰਖ ਸੀ। ਸਤ ਸੰਗੀ ਜਿਹਨੂੰ ਕੇਸਰ ਸਿੰਘ ਛਿੱਬਰ ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣੀ ਲਿਖਦੇ ਨੇ, ਕਹਿੰਦੇ ਵਾਰ ਕਰਨ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੋਕ ਦਿੱਤਾ, ਕਹਿੰਦੇ ਬਸ ਪੁੱਤਰ ਤੇਰੀ ਪਰਖ ਹੀ ਲੈਣੀ ਸੀ। ਬਾਬਾ ਬੁੱਢਾ ਜੀ ਨੂੰ ਕਿਹਾ ਕਿ ਅਸੀਂ ਚੱਲੇ ਆ ਲਾਹੌਰ ਤੇ ਗੁਰਿਆਈ ਜਿਹੜੀ ਗੁਰਗੱਦੀ ਹੈ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਦਿੱਤੀ ਜਾਵੇ। ਨਾਲ ਹੀ ਪੁੱਤਰ ਨੂੰ ਜਾਣ ਲੱਗੇ ਇਹ ਗੱਲ ਕਹਿ ਕੇ ਗਏ, ਪੁੱਤਰ ਜੀ ਅਸੀਂ ਜਾ ਰਹੇ ਹਾਂ, ਵਾਪਸ ਤਾਂ ਅਸੀਂ ਮੁੜਨਾ ਨਹੀਂ, ਪਰ ਧਿਆਨ ਰੱਖਿਓ ਆਉਣ ਵਾਲਾ ਸਮਾਂ ਹੁਣ ਸਹਿਨਸ਼ੀਲਤਾ ਦਾ ਨਹੀਂ, ਕਿਉਂਕਿ ਜ਼ਾਲਮ ਜ਼ੁਲਮ ਬਹੁਤ ਕਰਨ ਲੱਗ ਪਿਆ ਹੈ, ਜ਼ਾਲਮ ਦਾ ਜ਼ੁਲਮ ਵੱਧ ਗਿਆ ਹੈ। ਹੁਣ ਤੁਸੀਂ ਸ਼ਸਤਰਧਾਰੀ ਹੋਣਾ ਹੈ। ਸ਼ਾਸਤਰ ਤੁਸੀਂ ਬੜੇ ਪੜ੍ਹ ਲਏ, ਹੁਣ ਤੁਸੀਂ ਸ਼ਸਤਰ ਫੜਨੇ ਨੇ। ਸ਼ਾਸਤਰਾਂ ਦਾ ਅਧਿਐਨ ਤੁਸੀਂ ਕਰ ਲਿਆ, ਹੁਣ ਸ਼ਸਤਰਾਂ ਦਾ ਅਭਿਆਸ ਤੁਸੀਂ ਕਰਨਾ ਹੈ। ਸਤ ਸੰਗੀ ਜਦੋਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਤੇ ਬਾਬਾ ਬੁੱਢਾ ਜੀ ਗੁਰਗੱਦੀ ਤਿਲਕ ਦੀ ਸਮਗਰੀ ਲੈ ਕੇ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਬਾਬਾ ਬੁੱਢਾ ਜੀ ਹੁਣ ਇੱਥੇ ਸੇਲੀ ਟੋਪੀ ਦੀ ਲੋੜ ਨਹੀਂ, ਤਿਲਕ ਦੀ ਲੋੜ ਨਹੀਂ, ਹੁਣ ਤਾਂ ਇੱਥੇ ਲੋੜ ਹੈ ਦਸਤਾਰ ਦੀ। ਇੱਥੇ ਤਿਲਕ ਨਹੀਂ, ਇੱਥੇ ਤਾਂ ਕਲਗੀ ਚਾਹੀਦੀ ਹੈ। ਹੁਣ ਲੋੜ ਹੈ ਮਾਲਾ ਦੀ ਨਹੀਂ, ਕਿਰਪਾਨ ਦੀ। ਤੇ ਸਤ ਸੰਗੀ ਜਦੋਂ ਬਾਬਾ ਬੁੱਢਾ ਜੀ ਨੇ ਇੱਕ ਕਿਰਪਾਨ ਪਹਿਨਾਈ ਤੇ ਸਤਿਗੁਰ ਕਹਿਣ ਲੱਗੇ, ਨਹੀਂ ਬਾਬਾ ਬੁੱਢਾ ਜੀ ਇੱਕ ਕਿਰਪਾਨ ਹੋਰ ਲਿਆਓ। ਇੱਕ ਕਿਰਪਾਨ ਹੋਰ ਆਈ, 2 ਕਿਰਪਾਨਾਂ ਪਹਿਨੀਆਂ। ਕਈ ਵਾਰ ਕਈ ਇਤਿਹਾਸਕਾਰ ਕਈ ਤਰ੍ਹਾਂ ਦੀਆਂ ਭੁੱਲਾਂ ਵੀ ਕਰਦੇ ਨੇ, ਰੱਬ ਜਾਣੇ ਉਹ ਠੀਕ ਹੈ ਕਿ ਸਾਡੀ ਬੁੱਧ ਮਾੜੀ ਏ। ਕਹਿੰਦੇ ਬਾਬਾ ਬੁੱਢਾ ਜੀ ਨੂੰ ਭੁਲੇਖਾ ਲੱਗ ਗਿਆ, ਬਾਬਾ ਬੁੱਢਾ ਜੀ ਨੂੰ ਭੁਲੇਖਾ ਲੱਗ ਗਿਆ, ਕਿਰਪਾਨ ਇੱਧਰ ਪਾਉਣੀ ਉੱਧਰ ਪਾਤੀ, ਸੱਜੇ ਪਾਉਣੀ ਖੱਬੇ ਪਾਤੀ, ਖੱਬੇ ਪਾਉਣੀ ਸੱਜੇ ਪਾਤੀ। ਬਾਬਾ ਬੁੱਢਾ ਜੀ ਨੂੰ ਭੁਲੇਖਾ ਨਹੀਂ ਲੱਗ ਸਕਦਾ, ਉਹ ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨੀ। ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਿਤਾ ਜੀ ਦੇ ਹੁਕਮ ਅਨੁਸਾਰ 2 ਤਲਵਾਰਾਂ ਪਹਿਨਣੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ। ਤੇ 2 ਤਲਵਾਰਾਂ ਪਹਿਨਣੀਆਂ, 2 ਤਲਵਾਰਾਂ ਪਹਿਨੀਆਂ। ਕਲਗੀ ਸਜਾਈ, ਦਸਤਾਰ ਸਜਾਈ। 2 ਫੁੱਟ ਤੋਂ ਉੱਚੀ ਕੋਈ ਚੌਂਕੀ ਨਹੀਂ ਲਾ ਸਕਦਾ ਸੀ, ਕੋਈ ਥੜੇ ਤੇ ਨਹੀਂ ਬਹਿ ਸਕਦਾ ਸੀ, ਤੇ 12 ਫੁੱਟ ਉੱਚਾ ਤੜਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਣਵਾਇਆ। ਕੋਈ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਸਤਰਾਂ ਦਾ ਅਭਿਆਸ ਨਹੀਂ ਕਰ ਸਕਦਾ ਸੀ। ਸਤਿਗੁਰ ਕਹਿੰਦੇ ਕੋਈ ਧਨ ਨਹੀਂ ਲੈ ਕੇ ਆਵੇਗਾ, ਕੋਈ ਅਨਾਜ ਨਹੀਂ ਲੈ ਕੇ ਆਵੇਗਾ। ਜਿਸ ਨੇ ਵੀ ਗੁਰੂ ਘਰ ਆਉਣਾ ਹੈ, ਭੇਟਾ ਲੈ ਕੇ ਆਉਣੀ ਹੈ, ਦਸਵੰਧ ਲੈ ਕੇ ਆਉਣਾ ਹੈ, ਉਹ ਚੰਗੇ ਸ਼ਸਤਰ ਲੈ ਕੇ ਆਵੇ, ਚੰਗੀਆਂ ਕਿਰਪਾਨਾਂ ਲੈ ਕੇ ਆਵੇ, ਚੰਗੀਆਂ ਬੰਦੂਕਾਂ ਲੈ ਕੇ ਆਵੇ, ਚੰਗੀਆਂ ਢਾਲਾਂ ਲੈ ਕੇ ਆਵੇ, ਚੰਗੇ ਨੇਜੇ ਲੈ ਕੇ ਆਵੇ।
इत्थों तक मेरे मीरी पीरी दे मालक ने कहा कि इस घर दे विच हुण केवल धन की सेवा नहीं, तन की सेवा भी चाहिए। तन की नौजवानी भी चाहिए, नौजवान भी आउण। ये बन रही च फौज के अंदर वो दाखल होए। सतसंगी जनों, बहुतात नौजवान घर बार तो त्याग के अपने माता पिता तो आग्ञा लैके गुरु साहब के चरणों च सेवा दे विच हाजिर हो गए। हाजिर होके उन्होंने नौजवानों ने गुरु साहब जी तो मंग रखी है, तनख्वाह की नहीं, धन की नहीं, दौलत की नहीं। कहते सतगुरु जी इसे तुहाडे चरणों में रहना है, हर समय हर घड़ी हर पल तुहाडे साथ रहना है, तुहाडे वचन सुनने ने, तुहाडे नाल जीवन निर्वाह करना है। बस 2 समय का प्रशादा, 2 समय का प्रशादा ते 6 महीनों बाद एक पोशाक, 6 महीनों बाद एक पोशाक, भाव ठंड ते गर्मी के हिसाब। नौजवानी आ गई सतसंगी जनों, शस्त्र आ गए, अभ्यास आरंभ हो गए। तो सगराने की पहली जंग गुरु हरगोबिंद साहब जी महाराज जी ने लड़ी, जित प्राप्त की थी। 4 जंगा लड़ियाँ, चारे दियाँ चारे जितियाँ। गुरु हरगोबिंद साहब जी महाराज ने इत्थे ही 1609 दे विच जिथे तख्त श्री अकाल तख्त साहब की उसारी की, इस तो पहला किला लोहगढ़ बनाया। लोहगढ़ कोई किले भी नहीं बना सकता सी। ये जहांगीर तख्त ते बैठे, दिल्ली ते तख्त ते बैठे हुए इन्हां जिहड़े बादशाह सन, इन्हां दे आर्डर सन। तो मेरी पीढ़ी के मालक कहते बनेगा 2 फुट की नहीं 12 फुट उच्चा बनेगा, ते अणख का प्रतीक होवेगा। सतसंगी जनों, निम्रता के पहुंचे गुरु अर्जन देव जी महाराज ने हरमंदर की उसारी की थी। अपनी सुरत लैके जाओ हरमंदर साहब के गुंबद ते। हमारा हरमंदर साहब का गुंबद बैठवा है, बैठवा है। कमल का फुल ध्यान च रखियो, जिहड़ा उपर बनया बैठवा है। पर इधर अकाल तख्त साहब का गुंबद वाल हम सुरत लैके जाओ, एक खड़वा है। इधर निम्रता का प्रतीक है, इधर अणख का प्रतीक है, इधर आसा की वार चलती है, इधर अब्दुल्ला नत्था ते अब्दुल्ला ढाडी वारां गाउंदे। पग तेरी की जहांगीर, ते ढाडी वारां गाइयां जा रही ने। अकाल तख्त साहब अणख का प्रतीक। पर सतगुरु जी कहते हैं हरमंदर दे विच आ गया है, आपा भाव सब कुछ छड्ड देवी कि मैं राजा हाँ, मैं बादशाह हाँ, मैं किसी अहुदे ते हाँ, मैं धनवान हाँ। तेरे अंदर अहंकार ना हो। तो जे तू तखत ते बैठ जावे, तेनू मालक कोई अहुदा दे देवे, ते हरि मंदिर नू ना भुल जावी, परमात्मा नू ना भुल जावी कि रब है ही नहीं। ते हो की रहा है? यही हो रहा है। असी धर्म के खेत्र अंदर विचरते हुए अज बहुत सारे आगू ने जिहड़े रब नूं भुल्ली बैठे, रब नूं भुल्ली बैठे। वो भलिया रब ने तेनों तखत ते बिठाया जुल्म करने वास्ते नहीं, जालम बनने वास्ते नहीं। तू जालम बन बैठा है, उन्हां किरतियां दे हक खोई बैठा है, उन्हां किरतियां नूं तू दुख दे रहा है, पीड़ा दे रहा है। पर वो किरती गुरु नानक के घर के सिख ने, गुरु नानक के सिद्धांतों ते चलते ने। तेरा किया मीठा लागे हर नाम पदार्थ नानक मांगे। यही गा रहे हैं ना, दिल्ली के बार्डर से बैठे हुए अज किसान यही कह रहे ने, मेरे राम राय ज्यों राखे त्यों रहिए। परमात्मा जिवें तू रख रहा तिवें रहना है, पर अपना हक नहीं किसी को खाण देना, अपना हक नहीं किसी को खाण देना। सतसंगी जनों, मेरी पीरी के मालक धन गुरु हरगोबिंद साहब जी महाराज जी का आगमन
ये बड़ा प्रेम प्यार श्रद्धा का भरिया होया आगमन है। इत्थे एक वो ममता उस मां की सेवा प्रवान हुई है, उस मां की अरजोई प्रवान हुई है, जिस मां ने अपने हथी मिस्से प्रसादे तैयार करके गुरु के सिख बाबा बुढ़ा जी नूं, ब्रह्म ज्ञानी बाबा बुढ़ा नूं शिकाउणा कीते, उन्हां दी सेवा कीती ते उन्हां दे कोलों असीस प्राप्त कीती, उन्हां को अरदास करवाना कीती। सतसंगी जनों, सतगुरु कृपा कर अज भी बहुतात मावां अपने हिरदे की अरजोई, अपने हिरदे की व्याकुलता, अपने हिरदे का वैराग परमेश्वर परमात्मा के चरणों च रख रही हैं। सतगुरु जी कृपा करन, प्रेम प्यार भावना बख्शिश करन। जो मांगे ठाकुर अपने ते सोई सोई देवे, वो देंदा है। मंगण की जांच आ जाए, बस मंगण की जांच आ जाए। सतगुरु जी सबना दियां खाली झोलियां भर, सबना दियां आसां मुरादां पूरियां कर। यही अरदास, यही जोदड़ी गुरचरणों में मिल करके करना करिए जी। साहिबां दे आगमन पुरब दियां समੁੱਚੀਆਂ नानक नाम लेवा संगतां नूं दासरे वल्लों लख लख वधाई होवे। सतगुरु कृपा करन, रहमत करन, इस तरह मेहर भरिया हथ रख करके अपने चरणों की सेवा लेंदे रहन। धन्नवाद समੁੱਚੀਆਂ संगतां दा, धन्नवाद बहुत ही सत्कारयोग सरदार इंद्रजीत सिंह जी मक्कड़, सपुत्र स्वर्गीय सरदार अवतार सिंह जी मक्कड़, जिन्हां दे सहयोग सदका आप सब संगतां दे दर्शन करने का सुभाग समा दासरे नूं प्राप्त होया। साहिबां दी सिफत करदे आ, वडियाई करदे आ, एक नहीं अनेक अनेक भुल्लां। गुरु मेरा सतगुरु गुरु ग्रंथ साहिब जी महाराज बख्शंद ने, संगत बख्शंद है, कृपा करके बख्शना, अगे तो समर्थ बख्शिश करनी। लवाओ हाजरी बुलाओ फतेह आखो जी। वाहिगुरू जी